8 ਦਿਨ ਦਾ ਸਬਰ, ਸੰਤੋਖ, ਜਾਬਤਾ, ਅਨੁਸ਼ਾਸਨ ਔਰ 150 ਤੋਂ ਵੱਧ ਕਿਸਾਨਾਂ ਦੀਆਂ ਮੌਤਾਂ ਹੋ ਚੁੱਕੀਆਂ ਸੀ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਜਿਹੜਾ ਸਿੰਘੂ ਸਮੇਤ ਵੱਖ-ਵੱਖ ਬਾਰਡਰਾਂ 'ਤੇ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਸੀ। 26 ਤਰੀਕ ਨੂੰ ਜੋ ਕੁਛ ਹੁੰਦਾ ਹੈਗਾ ਉਹਦੀ ਸਾਰੀ ਨਿੰਦਾ ਕਰ ਰਹੇ ਨੇ ਔਰ ਨਾਲ ਦੀ ਨਾਲ ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਕਹਿ ਰਹੇ ਨੇ ਕਿ ਇਸ ਅੰਦੋਲਨ ਨੂੰ ਫੇਲ ਕਰਨ ਵਾਲੇ ਜਿਹੜੇ ਗੰਦਗੀ ਉਹ ਲੋਕਾਂ ਨੂੰ ਪਤਾ ਲੱਗਾ ਕਿ ਕਿਹੜੇ ਗਦਾਰ ਸੀ ਅਤੇ ਕਿਹੜੀ ਗੰਦਗੀ ਸੀ ਅਤੇ ਉਹ ਹੁਣ ਦੂਰ ਹੋ ਚੁੱਕੀ ਹੈ। ਸਾਡਾ ਸੰਘਰਸ਼ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ। ਪਰ ਬਹੁਤ ਲੋਕ ਨਿਰਾਸ਼ ਹੋਏ ਨੇ ਕਿ ਐਡਾ ਵੱਡਾ ਜਿਹੜਾ ਅੰਦੋਲਨ ਆ ਜਿਹਨੇ ਇਹ ਲੜਾਈ ਕਿਸਾਨਾਂ ਦੇ ਨਾਲ ਨਾਲ ਇੱਕ ਜਮਹੂਰੀਅਤ ਦੀ ਬਹਾਲੀ ਵਾਸਤੇ ਵੀ ਉਹ ਲੜਾਈ ਸੀ ਅਤੇ ਉਹ ਲੜਾਈ ਇੱਕ ਪਲਾਂ ਦੇ ਵਿੱਚ ਹੀ ਸਾਰਾ ਸੰਘਰਸ਼ ਫੇਲ ਹੋ ਚੁੱਕਾ। ਇਹ ਵਾਕਈ ਫੇਲ ਹੋ ਚੁੱਕਾ ਜਾਂ ਹੁਣ ਇਹਦੇ ਕੀ ਨਤੀਜੇ ਨਿਕਲਣਗੇ ਜਾਂ ਪੰਜਾਬ ਨੂੰ ਲੈ ਕੇ ਸੈਂਟਰ ਦਾ ਕੀ ਰਵੱਈਆ ਰਹੇਗਾ, ਕਿਉਂਕਿ ਹਮੇਸ਼ਾ ਇਤਿਹਾਸ ਦੇ ਵਿੱਚ ਦਰਜ ਹੋ ਚੁੱਕਾ ਕਿ ਕਦੇ ਵੀ ਪੰਜਾਬ ਦੀ ਦਿੱਲੀ ਦੇ ਨਾਲ ਨਹੀਂ ਬਣੀ ਅਤੇ ਨਾ ਹੀ ਦੋਨਾਂ ਨੇ ਇੱਕ ਦੂਜੇ ਨੂੰ ਸਮਝਿਆਗਾ। ਇਸ ਮੁਤਲਕ ਅਸੀਂ ਗੱਲਬਾਤ ਕਰਾਂਗੇ ਬਹੁਤ ਹੀ ਸੀਨੀਅਰ ਪੱਤਰਕਾਰ ਅਤੇ ਲੇਖਕ ਸਰਦਾਰ ਜਗਤਾਰ ਸਿੰਘ ਹੋਣਾ ਨਾਲ। ਸਰ ਕਹਿ ਰਹੇ ਕਿ ਬਹੁਤ ਵੱਡਾ ਸੰਘਰਸ਼ ਸੀ, ਕਿਸਾਨਾਂ ਨੇ ਇਹ ਆਪਣੀ ਲੜਾਈ ਜਿੱਤੀ ਆ, ਬਸ ਕਿਸੇ ਵੇਲੇ ਵੀ ਐਲਾਨ ਹੋ ਸਕਦਾ, ਪਰ ਹੁਣ ਸਾਰੇ ਲੋਕਾਂ ਨੂੰ ਸੋਚਣ ਵਾਸਤੇ ਮਜਬੂਰ ਹੋ ਗਏ ਕਿ ਨਹੀਂ, ਜਿੱਤੀ ਹੋਈ ਬਾਜੀ ਹਾਰ ਗਏ ਨੇ। ਮੇਰੇ ਖਿਆਲ ਦੇ ਵਿੱਚ ਕੋਈ ਵੀ ਸੰਘਰਸ਼ ਹੋਵੇ ਉਹਦੇ 'ਚ ਉਤਰਾਅ ਚੜ੍ਹਾਅ ਆਏ ਕਰਦੇ ਆ ਜੀ। ਜੇ ਆਪਾਂ ਸਿੱਖ ਇਤਿਹਾਸ ਪੜ੍ਹੀਏ ਜੀ ਤਾਂ ਇੱਕ ਸਮਾਂ ਐਸਾ ਆਇਆ ਸੀ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਅਤੇ ਉਹ ਜੰਗਲਾਂ ਚਲੇ ਗਏ, ਰਾਜਸਥਾਨ ਚਲੇ ਗਏ, ਪੰਜਾਬ ਖਾਲੀ ਹੋ ਗਿਆ ਸੀ ਅਤੇ ਫਿਰ ਵਾਪਸ ਆਏ। ਇਹ ਇਤਿਹਾਸ ਵਾਰ-ਵਾਰ ਇਹੋ ਜਿਹੇ ਇੰਸੀਡੈਂਟ ਦੁਹਰਾਉਂਦਾ ਹੈ। ਮੇਰੇ ਖਿਆਲ 'ਚ ਹੁਣ ਵੀ ਉਸ ਤਰ੍ਹਾਂ ਹੀ ਵਾਪਰਿਆ ਹੈ। ਇੱਕ ਬਹੁਤ ਇਤਿਹਾਸਕ ਜਿਹੜਾ ਸੰਘਰਸ਼ ਚੱਲ ਰਿਹਾ ਸੀ ਜਿਹਦੇ 'ਚ ਸਾਰੇ ਹਿੰਦੁਸਤਾਨ ਦੇ ਕਿਸਾਨੀ ਸ਼ਾਮਲ ਹੋ ਰਹੀ ਸੀਗੀ, ਉਹਨੂੰ ਬੜੇ ਪਲੈਨ ਢੰਗ ਨਾਲ ਸੈਬੋਟੇਜ ਕੀਤਾ ਗਿਆ। ਜਿਹੜਾ ਇੱਕ ਬਹੁਤ ਹੀ ਵਧੀਆ ਢੰਗ ਨਾਲ ਪਰੇਡ ਸ਼ੁਰੂ ਹੋਈ, ਦਿੱਲੀ ਦੇ ਲੋਕਾਂ ਨੇ ਫੋਲੋਵਰਸ ਆਏ ਇਹਨਾਂ 'ਤੇ ਸ਼ੁਰੂ ਦੇ ਵਿੱਚ ਜਦੋਂ ਪਰੇਡ ਸ਼ੁਰੂ ਹੁੰਦੀ ਹੈ, ਫੋਟੋਆਂ ਸਾਰੀਆਂ ਰਿਕਾਰਡ 'ਤੇ ਪਿਆ ਸਾਰਾ ਕੁਛ। 2-3 ਘੰਟੇ ਬਾਅਦ ਸੀਨ ਕਿਵੇਂ ਬਦਲ ਗਿਆ ਜੀ, ਕੌਣ ਲੋਕ ਜ਼ਿੰਮੇਦਾਰ ਸੀ, ਕਿਵੇਂ ਸਾਰਾ ਕੁਛ ਹੋਇਆ। ਅਤੇ ਜਦੋਂ ਸਿੰਘੂ ਤੋਂ ਲੋਕ ਚੱਲੇ ਟਾਈਮ ਤੋਂ ਪਹਿਲਾਂ ਅਤੇ ਜਿਸ ਢੰਗ ਨਾਲ ਪੁਲਿਸ ਪਹਿਲੇ ਬੈਰੀਕੇਡ ਤੋਂ ਪਿੱਛੇ ਹਟ ਗਈ ਆਪਣੇ ਆਪ ਹੀ ਬਿਨਾਂ ਕੋਈ ਰਜਿਸਟ ਕੀਤਿਆਂ, ਮੈਂ ਉੱਥੇ ਤੱਕ ਹੀ ਦੇਖਿਆ ਪਹਿਲਾਂ, ਉਸ ਤੋਂ ਬਾਅਦ ਦਾ ਬਹੁਤ ਬਾਅਦ ਦੇਖਿਆ ਮੈਂ, ਅਤੇ ਲੋਕਾਂ ਨੇ ਬੈਰੀਕੇਡ ਤੋੜੇ ਅਤੇ ਅਗਾਂਹ ਵਧੇ। ਉਹ ਸ਼ੰਕੇ ਪੈਦਾ ਕਰਦੀ ਹੈ ਔਰ ਮੇਰੇ ਖਿਆਲ ਦੇ ਵਿੱਚ ਸਟੇਟ ਇਸ ਤਰ੍ਹਾਂ ਹੀ ਸਟਰਾਈਕ ਕਰਿਆ ਕਰਦੀ ਹੈ। ਇਹ ਅੰਦੋਲਨ ਸਧਾਰਨ ਅੰਦੋਲਨ ਨਹੀਂ ਸੀ ਅਤੇ ਮੈਂ ਇਹਨੂੰ ਸਿਰਫ ਕਿਸਾਨੀ ਦੇ ਮੰਗਾਂ ਦਾ ਅੰਦੋਲਨ ਹੀ ਨਹੀਂ ਸਮਝਦਾ ਸੀ। ਇੱਕ ਸਟੇਜ ਤੋਂ ਬਾਅਦ ਇਹ ਅੰਦੋਲਨ ਇੱਕ ਬਹੁਤ ਵੱਡਾ ਪਲੇਟਫਾਰਮ ਬਣ ਰਿਹਾ ਸੀ ਉਹਨਾਂ ਤਾਕਤਾਂ ਦਾ ਜਿਹੜੀਆਂ ਸੰਘਰਸ਼ੀਲ ਲੋਕਾਂ ਦੀ ਨੁਮਾਇੰਦਗੀ ਕਰਦੀਆਂ ਅਤੇ ਜਿਹੜੀ ਇੱਕ ਕੱਟੜਵਾਦੀ ਰਾਜਨੀਤੀ ਹੈ, ਸਿਆਸਤ ਹੈ, ਜਿਹਨੂੰ BJP ਅਪਣਾਉਂਦੀ ਹੈ, ਅਤੇ ਹਿੰਦੂਤਵਾ ਦੀ ਜਿਹੜੀ ਸਿਆਸਤ ਹੈ ਉਹਨੂੰ ਕਨਫਰੰਟ ਕਰਨ ਦਾ ਇੱਕ ਬਹੁਤ ਵੱਡਾ ਪਲੇਟਫਾਰਮ ਬਣਦਾ ਜਾ ਰਿਹਾ ਸੀ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਖਦਸ਼ਾ ਔਰ ਉਸ ਖਦਸ਼ੇ ਨੂੰ ਲੈ ਕੇ ਹੁਣ ਬਹੁਤ ਸਾਰੀਆਂ ਪਾਰਟੀਆਂ BJP 'ਤੇ ਅਟੈਕ ਵੀ ਕਰ ਰਹੀਆਂ, ਪਰ ਜਿਸ ਤਰ੍ਹਾਂ 2 ਘੰਟੇ ਵਾਸਤੇ ਖੋਲ੍ਹ ਦਿੱਤੀ ਗਈ ਹੈ ਲਾਲ ਕਿਲ੍ਹੇ ਦੇ ਵਿੱਚ ਪੁਲਿਸ ਦੀ ਨਫਰੀ ਘੱਟ, ਜੇ ਪੁਲਿਸ ਦੀ ਨਫਰੀ ਘੱਟ ਹੈ ਤਾਂ ਉਹ ਸਾਈਡ 'ਤੇ ਬੈਠੀ ਰਹੀ ਹੈਗੀ। ਇਹ ਜਿਹੜੀ ਤੁਹਾਨੂੰ ਲੱਗਦਾ ਕਿ ਇਹ ਜਿਹੜੀ ਲੜਾਈ ਜਾਂ ਜਿਹੜਾ ਸੰਘਰਸ਼ ਹੈ ਕਿਤੇ ਨਾ ਕਿਤੇ ਜਿਹੜੀ ਐਸਟੈਬਲਿਸ਼ਮੈਂਟ ਹੈ ਜਾਂ ਜਿਹੜੀ ਸਟੇਟ ਆ ਉਹ ਸਿਰਫ ਨਿਰੋਲ ਰੂਪ ਵਿੱਚ ਸਿੱਖਾਂ ਦੀ ਲੜਾਈ ਬਣਾਉਣ ਦੇ ਵਿੱਚ ਕਾਮਯਾਬ ਹੋ ਗਈ ਔਰ ਕਿਸਾਨੀ ਅੰਦੋਲਨ ਨੂੰ ਫੇਲ ਕਰਨ 'ਚ ਵੀ ਕਾਮਯਾਬ ਹੋ ਗਈ। ਜਦੋਂ ਇਹਨੂੰ ਸਿੱਖਾਂ ਦੀ ਲੜਾਈ ਬਣਾ ਦਿਓਗੇ ਅਤੇ ਉਹ ਕਨਫਾਈਨ ਹੋ ਜਾਏਗੀ, ਬਾਕੀ ਜਿਹੜੀ ਸਿੰਪਥੀ ਹੈ ਉਹ ਖਤਮ ਹੋ ਜਾਏਗੀ ਜੀ, ਉਹਦੇ 'ਚ ਉਹ ਕਾਮਯਾਬ ਹੋ ਗਏ ਜੀ। ਮੈਂ ਇੱਕ ਵੀਡੀਓ ਸੁਣੀ ਅੱਜ, ਉਸ ਸ਼ਖਸ ਦਾ ਨਾਮ ਦੀਪ ਸਿੱਧੂ ਹੈ ਜੀ। ਉਹ ਸਾਰੀ ਵੀਡੀਓ ਦੇ ਵਿੱਚ ਇੱਕ ਗੱਲ ਬਹੁਤ ਇੰਟਰਸਟਿੰਗ ਸ਼ੇਅਰ ਕਰ ਰਿਹਾ ਜੀ। ਕਹਿੰਦਾ ਵੀ ਸਾਨੂੰ ਪੁਲਿਸ ਨੇ ਕਿਹਾ ਵੀ ਤੁਸੀਂ ਜੋ ਕਰਨਾ ਕਰ ਲਓ ਜੀ, ਅਤੇ ਸਾਨੂੰ ਕਿਸੇ ਨੇ ਨਹੀਂ ਰੋਕਿਆ। ਅਤੇ ਜਿਹੜੇ ਹੋਰ ਕੁਛ 1-2 ਦੋਸਤਾਂ ਨਾਲ ਮੇਰੀ ਗੱਲ ਹੋਈ ਜਿਨ੍ਹਾਂ ਨੂੰ ਪਤਾ ਸੀ, ਜਿਹੜੇ ਉੱਥੇ ਨੇੜੇ ਤੇੜੇ ਸੀ, ਉਹ ਕਹਿੰਦੇ ਵੀ ਜਦੋਂ ਇਹ ਸਾਰਾ ਕੁਛ ਹੋ ਗਿਆ ਅਤੇ ਦੀਪ ਸਿੱਧੂ ਜੀ ਵਾਪਸ ਬਾਹਰ ਆ ਰਹੇ ਸੀ,
ਉਸ ਤੋਂ ਬਾਅਦ ਪੁਲਿਸ ਨੇ ਐਕਸ਼ਨ ਕੀਤਾ ਜੀ ਪੁਲਿਸ ਨੇ ਪਹਿਲਾਂ ਕਿਉਂ ਨਹੀਂ ਰੋਕਿਆ ਜੀ ਇਹ ਸਵਾਲ ਪੈਦਾ ਕਰਦਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਇਹ ਤੁਰੇ ਸਿੰਘੂ ਤੋਂ ਜਾਂ ਦੂਜੇ ਗਾਜੀਪੁਰ ਤੋਂ ਇਹਨਾਂ ਨੂੰ ਸਿੱਧਾ ਹੀ ਕਿਉਂ ਆਉਣ ਦਿੱਤਾ ਜੀ ਕਿਤੇ ਨਹੀਂ ਰੋਕਿਆ ਗਿਆ ਜੀ ਪੁਲਿਸ ਦਾ ਕੋਈ ਐਕਸ਼ਨ ਨਹੀਂ ਹੈ ਕਿਤੇ ਵੀ। ਸੋ ਇਹ ਸਾਰੇ ਜੋ ਕੁਛ ਘਟਨਾਕ੍ਰਮ ਵਾਪਰਿਆ ਇਹ ਤੋਂ ਇਹ ਸਵਾਲ ਉੱਠਦੇ ਹੈ। ਲੇਕਿਨ ਇਸ਼ੂ ਇਹ ਨਹੀਂ ਹੈ ਕਿ ਸਰਕਾਰ ਨੇ ਜਾਂ ਸਟੇਟ ਨੇ ਸਟ੍ਰਾਈਕ ਬੈਕ ਕੀਤਾ ਹੈ। ਇਸ ਸੰਘਰਸ਼ ਨੂੰ ਜਿਹੜੇ ਲੋਕ ਚਲਾ ਰਹੇ ਹੁੰਦੇ ਆ ਕੋਈ ਵੀ ਹੋਵੇ ਉਹਨਾਂ ਨੂੰ ਇਹਨਾਂ ਗੱਲਾਂ ਦਾ ਪਹਿਲਾਂ ਹੀ ਧਿਆਨ ਰੱਖਣਾ ਚਾਹੀਦਾ ਹੈ ਕਿ ਸਰਕਾਰ ਕਿੰਨਾ ਢੰਗਾਂ ਨਾਲ ਇਸ ਚੀਜ਼ ਨੂੰ ਸੈਬੋਟੇਜ ਕਰ ਸਕਦੀ ਹੈ। ਉਹ ਇਹਨਾਂ ਨੇ ਮੇਰੇ ਖਿਆਲ ਦੇ ਵਿੱਚ ਇੰਨਾ ਧਿਆਨ ਨਹੀਂ ਕੀਤਾ, ਨਾ ਹੀ ਸ਼ਾਇਦ ਇਹਨਾਂ ਦੀ ਕੈਪੇਬਿਲਿਟੀ ਸੀ। ਸਰ ਕਿਉਂਕਿ ਅੰਦੋਲਨ ਕੋਈ ਹੋਏ ਜਿਹਦੇ 'ਚ ਅਗਰ ਕੋਈ ਸਟੇਕ ਹੋਲਡਰ ਆ ਤੇ ਉਹ ਕਾਮਯਾਬ ਹੈ ਵੀ ਕਾਮਯਾਬੀ ਦਿਖਾਈ ਦੇ ਰਹੀ ਸੀ ਕਿ ਕਿਉਂਕਿ ਸਟੇਕ ਹੋਲਡਰ ਸੇ ਨਿਰੋਲ ਰੂਪ ਵਿੱਚ ਕਿਸਾਨਾਂ ਦਾ ਸੀ ਇਹ ਸੰਘਰਸ਼। ਪਰ ਜਿਸ ਤਰ੍ਹਾਂ ਕਿਸਾਨਾਂ ਨੂੰ 62 ਦਿਨ ਤੱਕ ਦੇਸ਼ ਭਰ ਤੋਂ ਰਿਸਪੌਂਸ ਮਿਲ ਰਿਹਾ ਸੀ ਉਹ ਲੋਕ ਹੁਣ ਪਿੱਛੇ ਹਟਦੇ ਜਾ ਰਹੇ ਨੇ। ਤੁਹਾਨੂੰ ਲੱਗਦਾ ਕਿ ਜੋ ਸਟੇਟ ਚਾਹੁੰਦੀ ਸੀ ਜਾਂ ਜੋ ਕਿਸਾਨ ਵਿਰੋਧੀ ਤਾਕਤਾਂ ਚਾਹੁੰਦੀਆਂ ਸੀ ਉਹਨਾਂ ਦੇ ਮਨਸੂਬੇ ਕਾਮਯਾਬ ਹੋ ਗਏ ਕਿ ਓਨੀ ਹੁਣ ਜਿਹੜਾ ਸੰਘਰਸ਼ ਆ ਹੁਣ ਡਾਵਾਂਡੋਲ ਵਾਲੀ ਸਥਿਤੀ 'ਚ ਆ ਕੇ ਸਟੇਬਲ ਨਹੀਂ ਦਿਖਾਈ ਦੇ ਰਿਹਾ? ਨਹੀਂ, ਮੈਂ ਥੋੜ੍ਹਾ ਜਿਹਾ ਤੁਹਾਨੂੰ ਵੱਖਰਾ ਵਿਊ ਰੱਖਦਾ। ਸਰਕਾਰ ਨੇ ਇਹਨਾਂ ਨੂੰ ਇੱਕ ਮੌਕਾ ਦਿੱਤਾ। ਜਿਹੜੀ ਪਿਛਲੀ ਮੀਟਿੰਗ ਹੈ ਉਹ ਤਾਂ ਸਪਸ਼ਟ ਸੀ ਕਿ ਸਰਕਾਰ ਨੇ ਇਸ ਤੋਂ ਬਾਅਦ ਸਟ੍ਰਾਈਕ ਬੈਕ ਕਰਨਾ ਹੈ। ਜਦੋਂ ਇਹਨਾਂ ਨੂੰ ਆਫਰ ਦਿੱਤੀ ਕਿ ਅਸੀਂ 1.5 ਸਾਲ ਵਾਸਤੇ ਪੋਸਟਪੋਨ ਕਰਨ ਨੂੰ ਤਿਆਰ ਹੈ, ਮੈਂ ਪਰਸਨਲੀ ਇਸ ਖਿਆਲ ਦਾ ਹੈ ਕਿ ਨੈਗੋਸ਼ੀਏਟ ਕਰਕੇ ਜੇ 2 ਸਾਲ ਲੈ ਲੈਂਦੇ ਤੇ ਜੇ ਨਾਲ ਕਮੇਟੀ ਬਣਵਾ ਲੈਂਦੇ ਟੂ ਰੀਫਾਰਮੂਲੇਟ ਦੀ ਲਾਸ ਤੇ ਮਸਲਾ ਖਤਮ ਹੋ ਗਿਆ ਸੀ। 2 ਸਾਲ ਬਾਅਦ ਨਵੇਂ ਰੂਪ ਦੇ ਵਿੱਚ ਕਾਨੂੰਨ ਆਉਂਦੇ, ਲੋੜ ਹੈ ਰਿਫਾਰਮ ਦੀ, ਸਭ ਨੂੰ ਪਤਾ ਹੈ। ਤੁਸੀਂ ਉਹ ਰਿਫਾਰਮ ਲੈ ਕੇ ਆਓ ਜਿਹੜੇ ਕਿਸਾਨੀ ਦੇ ਹੱਕ ਦੇ ਵਿੱਚ ਹੈ। ਤੁਹਾਨੂੰ ਸਰਕਾਰ ਉਹ ਇੱਕ ਮੌਕਾ ਦੇ ਰਹੀ ਸੀ। ਜਦੋਂ ਇਹਨਾਂ ਨੇ ਇੰਸਿਸਟ ਕੀਤਾ ਨਹੀਂ ਅਸੀਂ ਰਿਪੀਲ ਕਰਾਉਣੇ ਆ, ਉੱਥੇ ਗੜਬੜ ਹੋ ਗਈ ਸਾਰੀ। ਹਮੇਸ਼ਾ ਹੀ ਕੋਈ ਸੰਘਰਸ਼ ਹੋਵੇ ਇੱਕ ਸਿੰਪਲ ਜਿਹਾ ਫਾਰਮੂਲਾ ਹੈ, 1 ਸਟੈਪ ਫਾਰਵਰਡ 2 ਸਟੈਪ ਬੈਕ। ਹਰ ਸੰਘਰਸ਼ ਇੱਕ ਮਿਡਵੇ 'ਤੇ ਆ ਕੇ ਉਹਦਾ ਫੈਸਲਾ ਹੋਇਆ ਕਰਦਾ। ਇਹ ਜਿੱਤ ਹਾਰ ਦੀ ਗੱਲ ਨਹੀਂ ਹੁੰਦੀ। ਅਤੇ ਇਸ ਕਰਕੇ ਜੇ ਉਸ ਦਿਨ ਇਹ ਇੱਜ਼ਤ ਮਾਣ ਨਾਲ ਉਹ ਕੰਮ ਕਰਾ ਕੇ ਵਾਪਸ ਆ ਜਾਂਦੇ ਅਤੇ ਮੇਰਾ ਖਿਆਲ ਹੈ ਮਸਲਾ ਨਿਬੜ ਗਿਆ ਸੀ। ਉਸ ਦਿਨ ਜਦੋਂ ਇਹ ਅੜ ਗਏ ਅਤੇ ਮੈਨੂੰ ਲੱਗਦਾ ਕਿ ਫਿਰ ਸਟੇਟ ਨੇ ਫੈਸਲਾ ਕਰਨਾ ਵੀ ਹੁਣ ਸਟ੍ਰਾਈਕ ਬੈਕ ਕਰਨਾ ਹੈ, ਅਤੇ ਉਹਨਾਂ ਨੇ ਕੀਤਾ ਹੈ। ਮਤਲਬ ਇਹ ਜਿਹੜੀ ਆਖਰੀ ਮੀਟਿੰਗ 'ਚ ਨਹੀਂ, ਉਸ ਤੋਂ ਪਹਿਲਾਂ ਇਹ ਜਿਹੜਾ ਸਾਰਾ ਕੁਛ ਸੀ ਸਰਕਾਰ ਵੀ ਡਿਜ਼ਾਈਨ ਕਰਕੇ ਬੈਠੀ ਸੀ ਕਿ ਇੱਦਾਂ ਨਹੀਂ ਆ ਏ ਪਲਾਨ ਆ, ਬੀ ਪਲਾਨ ਆ, ਸੀ ਪਲਾਨ ਆ। ਨਹੀਂ, ਇਹ ਹਮੇਸ਼ਾ ਹੀ ਹੁੰਦਾ ਕਿ ਜਿਹੜੀਆਂ ਸਰਕਾਰਾਂ ਹੈ ਉਹ ਪਲਾਨ ਕਰਕੇ ਹੀ ਚੱਲਦੀਆਂ। 3-3 4-4 ਪਲਾਨ ਜਿਵੇਂ ਫੌਜ ਦੇ ਹੁੰਦੇ ਆ ਕਿ ਲੜਾਈ ਲੱਗੀ ਹੈ ਅਤੇ ਪਲਾਨ ਏ ਬੀ, ਏ ਪਲਾਨ ਬੀ, ਪਲਾਨ ਸੀ, ਉਸ ਤਰ੍ਹਾਂ ਹੀ ਹੁੰਦਾ। ਇਹਨਾਂ ਕੋਲ ਨਹੀਂ ਸੀ। ਇੱਥੇ ਦਿੱਕਤ ਇਹ ਹੈ, ਇਹ ਸਿਰਫ ਆਪਣੀ ਜਿਹੜੀ ਲੋਕਾਂ ਦੀ ਸਪੋਰਟ ਆ ਰਹੀ, ਸਪੋਰਟ ਬਹੁਤ ਆ ਰਹੀ ਸੀਗੀ। ਮੇਰੇ ਖਿਆਲ ਦੇ ਵਿੱਚ ਇੰਨੀ ਸਪੋਰਟ ਮੈਂ ਅੱਜ ਤੱਕ ਕਿਸੇ ਸੰਘਰਸ਼ ਦੇ ਵਿੱਚ ਨਹੀਂ ਦੇਖੀ। ਅਸੀਂ ਹੁਣ ਜਿਹੜੀ ਲੋਕਾਂ ਦੇ ਵਿੱਚ ਨਿਰਾਸ਼ਾ ਉਹ ਦੂਰ ਹੋਏਗੀ ਜਾਂ ਜਿੱਦਾਂ ਸੰਘਰਸ਼ ਨੂੰ ਪਹਿਲਾਂ ਮਕਬੂਲੀਅਤ ਹੋ ਰਿਹਾ ਸੀ, ਕਾਮਯਾਬੀ ਮਿਲ ਰਹੀ ਸੀ, ਹੁਣ ਲੋਕ ਪਿੱਛੇ ਹਟ ਰਹੇ ਨੇ। ਹੁਣ ਸਰਕਾਰ ਅੱਪਰ ਹੈਂਡ ਆ ਗਿਆ, ਸਰਕਾਰ ਦਾ ਹੱਥ ਉੱਪਰ ਆ ਗਿਆ ਕਿ ਹੁਣ 1.5 ਸਾਲ ਉਹ ਮੰਨਦੀ ਕਿ ਨਹੀਂ ਮੰਨਦੀ ਹੈਗੀ। ਹੁਣ ਲੋਕ ਜਿਹੜੇ ਲੋਕਲ ਲੋਕ ਨੇ ਉਹ ਵੀ ਉੱਠਣੇ ਸ਼ੁਰੂ ਹੋ ਚੁੱਕੇ ਕਿ ਖਾਲੀ ਕਰਾਓ, ਟੋਲ ਟੈਕਸ ਖਾਲੀ ਕਰਾਓ ਜੀ, ਰਾਹ ਖਾਲੀ ਕਰਾਓ ਜੀ। ਤੁਹਾਨੂੰ ਲੱਗਦਾ ਕਿ ਉਹ ਇੱਕ ਲੜਾਈ ਜਾਂ 2 ਆਮਣੇ ਸਾਹਮਣੇ ਧਿਰਾਂ ਹੋ ਗਈਆਂ, ਸਰਕਾਰ ਬਾਹਰ ਹੋ ਗਈ ਆ, ਲੋਕਲ ਲੋਕ ਅਤੇ ਕਿਸਾਨ ਉਹ ਆਮਣੇ ਸਾਹਮਣੇ ਆ ਚੁੱਕੇ ਨੇ। ਦੇਖੋ ਜੀ, ਮੋਦੀ ਸਰਕਾਰ ਕਿਸਾਨਾਂ ਨੂੰ ਬੇਇੱਜ਼ਤ ਕਰਕੇ ਉੱਥੋਂ ਭੇਜੇਗੀ ਅਤੇ ਮੇਰਾ ਖਿਆਲ ਹੈ ਬਹੁਤ ਵੱਡੀ ਇਹ ਇਤਿਹਾਸਕ ਗਲਤੀ ਹੋਏਗੀ, ਕਿਉਂਕਿ ਇਹਦੇ ਰੈਪਰੀਕੇਸ਼ਨ ਬਹੁਤ ਦੂਰ ਤੱਕ ਜਾਣਗੇ। ਇਹ ਪੰਜਾਬ ਹੈ, ਇਹਦੇ ਰੈਪਰੀਕੇਸ਼ਨ ਪੰਜਾਬ ਦੇ ਵਿੱਚ ਹੋ ਸਕਦਾ ਹੈ ਕਿਸੇ ਹੋਰ ਢੰਗ ਨਾਲ ਹੋਣ। ਕਿਸਾਨੀ ਸਾਰੀ ਹੀ ਬੇਇੱਜ਼ਤ ਹੋ ਰਹੀ ਹੈ। ਜਿਹੜੇ ਸੰਘਰਸ਼ੀਲ ਲੋਕ ਆਏ, ਜੇ ਉਹਨਾਂ ਸਾਰਿਆਂ ਦੀ ਤੁਸੀਂ ਬੇਇੱਜ਼ਤੀ ਕਰੋਗੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਉਹ ਜਿਹੜੀ ਬੇਇੱਜ਼ਤੀ ਦਾ ਅਲਟੀਮੇਟ ਗੁੱਸਾ ਹੈ ਉਹ ਕਿਸ ਢੰਗ ਨਾਲ ਕਦੋਂ ਨਿਕਲੇ, ਇਹ ਇਤਿਹਾਸ ਆਪਣੇ ਆਪ ਹੀ ਫੈਸਲਾ ਕਰਦਾ ਹੁੰਦਾ। ਅਤੇ ਦੁਨੀਆ ਦੀਆਂ ਤਾਕਤਾਂ ਉਹ ਆਪਣੇ ਆਪ ਹੀ ਕਿਵੇਂ ਮੋਲਡ ਹੁੰਦੀਆਂ ਉਹ ਦੇਖਣ ਵਾਲੀ ਗੱਲ ਬਾਅਦ ਦੀ ਹੋਏਗੀ। ਲੇਕਿਨ ਇਹਨਾਂ ਦੀ ਬੇਇੱਜ਼ਤੀ ਕਰਾ ਕੇ ਨਹੀਂ, ਇਹਨਾਂ ਨੂੰ ਇੱਜ਼ਤ ਮਾਣ ਨਾਲ ਕੁਛ ਦੇ ਕੇ
ਇਹ ਸਰਕਾਰ ਵਾਪਸ ਭੇਜੇ। ਜਿਹੜੇ 1.5 ਸਾਲ ਵਾਲੀ ਗੱਲ ਹੈ ਉਹ 2 ਸਾਲ ਕਰਕੇ ਅਨਾਊਂਸ ਕਰਕੇ ਯੂਨੀਲੇਟਰਲੀ ਕਹੇ ਵੀ ਭਾਈ ਅਸੀਂ ਇਹ ਮੰਨ ਲਿਆ, ਹੁਣ ਤੁਸੀਂ ਆਪਣੇ ਘਰੋਂ ਘਰੇ ਜਾਓ। ਇੱਜ਼ਤ ਮਾਣ ਨਾਲ ਤੋਰ ਦੇ ਵਿੱਚ ਚੰਗਾ ਰਹੇਗਾ। ਮੇਰੇ ਖਿਆਲ ਅੱਜ ਵੀ ਫਿਰ ਵੀ ਦੋਵੇਂ ਪਾਸੇ ਕੁਝ ਨਹੀਂ ਵਿਗੜੇਗਾ। ਮੈਨੂੰ ਲੱਗਦਾ ਕਿ ਕਿਤੇ ਲੜਾਈ ਪੰਜਾਬ ਦੀ ਲੜਾਈ ਸਿੱਖਾਂ ਦੀ ਨਾ ਬਣ ਕੇ ਰਹਿ ਚੁੱਕੀ, ਕਿ ਬਾਕੀ ਜਿਹੜਾ ਹਿੰਦੁਸਤਾਨ ਉਹ ਕਿਤੇ ਇਸ ਲੜਾਈ ਤੋਂ ਬਾਹਰ ਨਾ ਹੋ ਜਾਏ ਜੀ। ਮੈਨੂੰ ਡਰ ਇਹੀ ਹੈ ਕਿ ਇਹ ਅਲਟੀਮੇਟਲੀ ਇਹ ਲੜਾਈ ਫਿਰ ਇੱਕ ਵਾਰ ਸਿੱਖਾਂ ਦੀ ਅਤੇ ਕੇਂਦਰ ਦੀ ਨਾ ਬਣ ਜਾਏ। ਇਹਦੇ ਵਿੱਚ ਇਕੱਲੇ ਪੰਜਾਬ ਨੇ ਜਾਂ ਸਿੱਖਾਂ ਦਾ ਨਹੀਂ ਭੁਗਤਿਆ, ਪਹਿਲਾਂ ਸਾਰਿਆਂ ਨੇ ਹੀ ਭੁਗਤਿਆ ਹੈ। ਸਾਰੇ ਹਿੰਦੁਸਤਾਨ ਨੇ ਪਹਿਲਾਂ ਭੁਗਤਿਆ ਹੈ, ਪੰਜਾਬ ਨੇ ਜ਼ਿਆਦਾ ਭੁਗਤਿਆ ਹੈ। ਅਤੇ ਇਸ ਗੱਲ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ। ਪੰਜਾਬ ਸੈਂਸਿਟਿਵ ਸਟੇਟ ਹੈ, ਬਾਰਡਰ ਸਟੇਟ ਹੈ। 84 ਤੋਂ ਬਾਅਦ ਪੰਜਾਬ ਨੇ ਆਰਥਿਕ ਪੱਖੋਂ, ਸਮਾਜਿਕ ਪੱਖੋਂ, ਰਾਜਨੀਤਿਕ ਪੱਖੋਂ ਬਹੁਤ ਨੁਕਸਾਨ ਝੱਲਿਆ, ਕਿਉਂਕਿ ਅੱਜ ਲੋਕਾਂ ਨੂੰ ਵੀ ਲੱਗਦਾ ਕਿ ਕੋਈ ਗੱਲ ਨਹੀਂ, ਉੱਥੇ ਲਾਲ ਕਿਲ੍ਹੇ 'ਤੇ ਅਸੀਂ ਜਾ ਕੇ ਝੰਡੇ ਲਹਿਰਾਤੇ, ਨਿਸ਼ਾਨ ਸਾਹਿਬ ਵੀ ਚੜ੍ਹਾਤਾ, ਕਿਸਾਨਾਂ ਦਾ ਵੀ ਝੰਡਾ ਚੜ੍ਹਾਤਾ। ਲੇਕਿਨ ਅੱਜ ਦੇ ਲੋਕ ਕਹਿ ਰਹੇ ਨੇ ਕਿ ਕੋਈ ਗੱਲ ਨਹੀਂ ਜੀ। ਪਰ ਤੁਹਾਨੂੰ ਲੱਗਦਾ ਕਿ ਲੌਂਗ ਰਨ ਇਹਦੇ ਪੰਜਾਬ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈਗਾ, ਜਿਹੜਾ ਅਜੇ ਤੱਕ ਅਸੀਂ ਉਹਨੂੰ ਤੋਲ ਨਹੀਂ ਸਕਦੇ, ਦੇਖ ਨਹੀਂ ਸਕਦੇ। ਨਹੀਂ, ਪਹਿਲਾਂ ਤਾਂ ਮੈਂ ਇੱਕ ਸਵਾਲ, ਜਿਨ੍ਹਾਂ ਨੇ ਝੰਡਾ ਚੜ੍ਹਾਇਆ ਅਤੇ ਜਿਹੜੇ ਉਹਦੀ ਤਾਰੀਫ ਕਰ ਰਹੇ ਹੁਣ ਵੀ ਕਰ ਰਹੇ ਹੈ, ਉਹਨਾਂ ਨੂੰ ਪੁੱਛਣਾ ਚਾਹੂੰਗਾ ਵੀ ਕੀ ਖੱਟਿਆ ਉਹਨਾਂ ਨੇ ਜੀ? ਸਾਰੇ ਸੰਘਰਸ਼ ਦਾ ਨੁਕਸਾਨ ਕਰਤਾ ਜੀ। ਜੇ ਇੰਨੀ ਗੱਲ ਨਾਲ ਨੁਕਸਾਨ ਹੋਣਾ ਸੀਗਾ ਤੇ ਫਿਰ ਇਹ ਕਰਨ ਦੀ ਕੀ ਲੋੜ ਸੀ? ਮਕਸਦ ਕੀ ਸੀ ਝੰਡਾ ਚਲਾਉਣ ਦਾ? ਜੇ ਝੰਡਾ ਨਾ ਚਲਾਇਆ ਹੁੰਦਾ ਤੇ ਅੱਜ ਇਸ ਸੰਘਰਸ਼ ਦੀ ਜਿਹੜੀ ਤਾਕਤ ਸੀ ਉਹ ਦੁੱਗਣੀ ਹੋਣੀ ਸੀਗੀ। ਅਸੀਂ ਦੱਸੋ, ਜਿਹੜਾ ਨਿਸ਼ਾਨ ਸਾਹਿਬ ਆ, ਜਿਹਨੂੰ ਗੋਦੀ ਮੀਡੀਆ ਲੋਕ ਕਹਿੰਦੇ ਨੇ, ਕਿ ਉਹ ਇਸ ਨਿਸ਼ਾਨ ਸਾਹਿਬ ਨੂੰ ਧਰਮ ਨਾਲ ਜੋੜ ਰਹੇ ਨੇ, ਖਾਲਿਸਤਾਨ ਨਾਲ ਜੋੜ ਰਹੇ ਨੇ। ਪਰ ਤੁਹਾਨੂੰ ਲੱਗਦਾ ਕਿ ਨਿਸ਼ਾਨ ਸਾਹਿਬ ਦੀ ਆਪਣੀ ਮਰਿਆਦਾ, ਤਿਰੰਗੇ ਦੀ ਆਪਣੀ ਮਰਿਆਦਾ ਹੈਗਾ? ਤਿਰੰਗਾ ਘਰ 'ਚ ਲਾਇਆ ਜਾ ਸਕਦਾ, ਨਿਸ਼ਾਨ ਸਾਹਿਬ ਘਰ 'ਚ ਨਹੀਂ ਲਾਇਆ ਜਾ ਸਕਦਾ, ਨਿਸ਼ਾਨ ਸਾਹਿਬ ਕਿਸੇ ਹੋਰ ਜੀ ਜਗ੍ਹਾ 'ਤੇ ਨਹੀਂ ਲਾਇਆ ਜਾ ਸਕਦਾ। ਇਹ ਕੋਈ ਸ਼ਰਾਰਤੀ ਕਰਵਾ ਗਿਆ ਜੀ, ਕਿ ਜਾਂ ਨੌਜਵਾਨ ਮੁੰਡਿਆਂ ਦੇ ਜਜ਼ਬਾਤ? ਜਿਹੜਾ ਝੰਡਾ ਉੱਥੇ ਲੱਗਿਆ ਜੀ, ਉਹਦੇ ਪਿੱਛੇ ਡਿਜ਼ਾਈਨ ਹੈ ਜੀ। ਇਹ ਨਹੀਂ ਹੁੰਦਾ ਕਿ ਕੋਈ ਬੰਦਾ ਚੂਜ਼ ਕੀਤਾ, ਇੱਕ ਸਿਚੁਏਸ਼ਨ ਕ੍ਰੀਏਟ ਕੀਤੀ ਜਾਂਦੀ ਹੈ, ਇੱਕ ਸੈਂਟੀਮੈਂਟ ਕ੍ਰੀਏਟ ਕੀਤਾ ਜਾਂਦਾ ਹੈ ਜਿਹਦੇ ਵਿੱਚ ਉਹ ਐਕਸ਼ਨ ਹੁੰਦਾ ਜੀ। ਨਿਸ਼ਾਨ ਸਾਹਿਬ ਦੀ ਆਪਣੀ ਮਰਿਆਦਾ ਹੈ। ਨਿਸ਼ਾਨ ਸਾਹਿਬ ਜ਼ਮੀਨ 'ਤੇ ਨਹੀਂ ਗੱਡਿਆ ਜਾਂਦਾ ਜੀ, ਪਲੇਟਫਾਰਮ ਬਣਾ ਕੇ ਉੱਥੇ ਲਾਇਆ ਜਾਂਦਾ ਹੈ, ਘਰ 'ਤੇ ਨਹੀਂ ਲਾਇਆ ਜਾਂਦਾ। ਫੌਜਾਂ ਦੇ ਨਾਲ ਨਿਸ਼ਾਨ ਸਾਹਿਬ ਅੱਗੇ ਚੱਲਦਾ ਹੈ ਜੀ। ਇਹ ਤਾਂ ਡੰਡੇ 'ਤੇ ਬੰਨ੍ਹ ਕੇ ਨਹੀਂ ਲਿਆਇਆ ਜਾਂਦਾ ਜਾਂ ਉੱਥੇ ਲਟਕਾਇਆ ਜਾਂਦਾ। ਇੱਥੇ ਸਾਰੀ ਗੜਬੜ ਹੋਈ ਵੀ ਹੈ। ਇਹਦੇ 'ਚ ਨਿਸ਼ਾਨ ਸਾਹਿਬ ਦੀ ਵੀ ਬੇਕਦਰੀ ਕੀਤੀ ਗਈ ਹੈ। ਸੋ ਉਹ ਸਾਰੀਆਂ ਗੱਲਾਂ ਜੇ ਦੇਖੀਆਂ ਜਾਣ ਅਤੇ ਜਿਸ ਢੰਗ ਨਾਲ ਇਹਨੂੰ ਸਿੱਖੀ ਵੱਲ ਲਿਜਾਣ ਦੀ ਕੋਸ਼ਿਸ਼ ਕੀਤੀ ਗਈ, ਉਹ ਡਿਜ਼ਾਈਨ ਦਾ ਪਾਰਟ ਹੈ। ਅਤੇ ਜਦੋਂ ਗੱਲ ਸਿਰਫ ਸਿੱਖੀ 'ਤੇ ਆ ਜਾਏਗੀ, ਸਿੱਖਾਂ ਦੀ ਡਿਮਾਂਡ ਬਣ ਜਾਏਗੀ, ਅਤੇ ਫਿਰ ਇਹ ਸੰਘਰਸ਼ ਸਾਰਾ ਹੋਰ ਢੰਗ ਨਾਲ ਚੱਲੇਗਾ। ਜਿਸ ਤਰ੍ਹਾਂ ਉੱਥੇ ਲਾਲ ਕਿਲ੍ਹੇ ਦੇ ਵਿੱਚ ਜੋ ਕੁਛ ਵਾਪਰਿਆ ਹੈਗਾ, ਬਹੁਤ ਸਾਰੇ ਲੋਕ ਉਹਦੀ ਨਿੰਦਿਆ ਵੀ ਕਰ ਹੈਗੇ ਨੇ। ਅਕਾਲ ਤਖਤ ਵੱਲੋਂ ਆਉਣਾ ਸੰਦੇਸ਼ ਬਣਦਾ ਹੈਗਾ ਜੀ ਕਿ ਨਿਸ਼ਾਨ ਸਾਹਿਬ ਦੀ ਇੱਕ ਆਪਣੀ ਮਰਿਆਦਾ, ਹਾਲਾਂਕਿ ਉਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ, ਲੇਕਿਨ ਪਰ ਤੁਸੀਂ ਹਰ ਜਗ੍ਹਾ 'ਤੇ ਨਹੀਂ ਲਾ ਸਕਦੇ ਨਿਸ਼ਾਨ ਸਾਹਿਬ। ਪਹਿਲਾਂ ਥੜਾ ਬਣਾਉਣਾ ਪਊਗਾ, ਫਿਰ ਪਖੰਡਾ ਬਣਾਉਣਾ ਪਊਗਾ। ਇਹਦੀ ਬਕਾਇਦਾ ਮਰਿਆਦਾ ਹੈ, ਸ਼ੁਰੂ ਤੋਂ ਹੀ ਹੈ, ਅੱਜ ਦੀ ਗੱਲ ਨਹੀਂ ਹੈ। ਅਤੇ ਮੇਰੇ ਖਿਆਲ ਦੇ ਵਿੱਚ ਅਕਾਲ ਤਖਤ ਸਾਹਿਬ ਦੀ ਇੰਟਰਵੈਂਸ਼ਨ ਦੀ ਕੋਈ ਲੋੜ ਨਹੀਂ। ਵੈਸੇ ਵੀ ਜਿਹੜੇ ਸਿੱਖ ਇੰਸਟੀਟਿਊਸ਼ਨਸ ਹੈਗੇ ਹੈ, ਇਹ ਹੁਣ ਇੰਨੇ ਕਮਜ਼ੋਰ ਹੋ ਚੁੱਕੇ ਹੈ ਕਿ ਇਹਨਾਂ ਦੇ ਵੱਸ ਦੇ ਵਿੱਚ ਹੀ ਨਹੀਂ ਕਿ ਕਿਸੇ ਗੱਲ 'ਤੇ ਇੰਟਰਵੀਨ ਕਰਨ ਅਤੇ ਸਿੱਖ ਕੌਮ ਇਹਨਾਂ ਦੀ ਗੱਲ ਸੁਣੇ ਜੀ। ਉਹ ਵੱਖਰਾ ਇਸ਼ੂ ਹੈ ਅਤੇ ਮੈਂ ਉਹਦੇ ਬਾਰੇ ਹਜੇ ਕਿਸੇ ਨੂੰ ਬਲੇਮ ਨਹੀਂ ਕਰਨਾ ਚਾਹੂੰਗਾ। ਲੇਕਿਨ ਤੁਹਾਡੀ ਗੱਲ ਠੀਕ ਹੈ ਕਿ ਜਦੋਂ ਇਹੋ ਜਿਹੀ ਸਿਚੁਏਸ਼ਨ ਆਵੇ ਅਤੇ ਉਦੋਂ ਜਿਹੜੇ ਸਿੱਖਾਂ ਦੇ ਧਾਰਮਿਕ ਇੰਸਟੀਟਿਊਸ਼ਨਸ ਹੈਗੇ ਹੈ ਉਹ ਇੰਟਰਵੀਨ ਕਰਨ ਅਤੇ ਉਹ ਮਾਣ ਮਰਿਆਦਾ ਸਾਰੀ ਕਿਵੇਂ ਸੰਭਾਲਣੀ ਹੈ, ਕੀ ਕਰਨਾ ਹੈ, ਉਹਦੇ ਬਾਰੇ ਇੰਸਟਰਕਸ਼ਨ ਇਸ਼ੂ ਕਰਨ। ਇਹ 'ਤੇ ਵੀ ਹੋਣੀ ਚਾਹੀਦੀ ਹੈ। ਤੁਸੀਂ ਕੇਸਰੀ, ਕਿਉਂਕਿ ਚੜ੍ਹਦੀ ਕਲਾ ਦਾ ਪ੍ਰਤੀਕ, ਕੇਸਰੀ ਨੂੰ ਹਰ ਜਗ੍ਹਾ 'ਤੇ ਮੈਂ ਵਾਰ-ਵਾਰ ਇਸ ਕਰਕੇ ਆ ਕਿ ਜਿਹੜਾ ਹੁਣ ਨੈਸ਼ਨਲ ਮੀਡੀਆ ਉਹ ਤਾਂ ਕਹਿ ਰਿਹਾ ਕਿ ਪਾਕਿਸਤਾਨ ਬਹੁਤ ਖੁਸ਼ ਹੋ ਰਿਹਾ ਹੋਊਗਾ ਜੀ, ਜਿਹੜੇ ਦੇਸ਼ ਨੂੰ ਤੋੜਨ ਵਾਲੇ ਲੋਕ ਨੇ ਉਹ ਬਹੁਤ ਖੁਸ਼ ਹੋ ਰਹੇ ਕਿ ਦੇਖੋ ਸਿੱਖਾਂ ਨੇ ਕੀ ਚੰਦ ਚਾੜ੍ਹ ਦਿੱਤਾ ਹੈਗਾ ਜੀ। ਮੈਂ ਥੋੜ੍ਹਾ ਜਿਹਾ ਪਿੱਛੇ ਜਾਂਦਾ, ਜਦੋਂ ਗੀਤ ਆਉਣੇ ਸ਼ੁਰੂ ਹੋਏ, ਪੇਚਾ ਪੈ ਗਿਆ ਦਿੱਲੀ ਨਾਲ, ਇਹ ਪੇਚਾ ਕੀ ਸੀ? ਸਾਰੇ ਹੀ ਗੀਤ ਅਸੀਂ ਉਸ ਤਰਜ਼ 'ਤੇ ਆ ਗਏ, ਆਪਾਂ ਬਲੇਮ ਤਾਂ ਪਾਕਿਸਤਾਨ ਨੂੰ ਕਰਨ ਲੱਗ ਪਏ ਨੇ ਨਾਲ ਦੀ ਨਾਲ ਹੀ। ਜਦੋਂ ਕਹਿੰਦੇ ਪੇਚਾ ਪੈ ਗਿਆ ਦਿੱਲੀ ਨਾਲ, ਅਤੇ ਇੱਕ ਕਨਫੈਡਰੇਸ਼ਨ ਬਿਲਡ ਕਰਨੀ ਸ਼ੁਰੂ ਕਰਤੀ ਉਸ ਸੈਂਟੀਮੈਂਟ ਨੇ। ਅਤੇ ਜਦੋਂ ਕਾਲ ਆਈ
ਕਿ 26 ਨੂੰ ਆਪਾਂ ਰਿੰਗ ਰੋਡ ਤੇ ਮਾਰਚ ਕਰਨਾ ਹੈ। ਪਹਿਲਾਂ ਰਿੰਗ ਰੋਡ ਹੀ ਕਿਹਾ ਗਿਆ ਸੀਗਾ। ਇੱਕ ਸੈਂਟੀਮੈਂਟ ਬਣ ਗਿਆ ਵੀ ਦਿੱਲੀ ਤੇ ਕਬਜ਼ਾ ਕਰਨਾ ਹੈ। ਇਹ ਕੀ ਸੀ? ਜੋ ਸੈਂਟੀਮੈਂਟ ਉਸ ਪਾਸੇ ਤੋਰਤਾ, ਉਹਦੀ ਆਊਟਕਮ ਲਾਲ ਕਿਲ੍ਹਾ ਹੋ ਗਿਆ। ਭਾਵੇਂ ਅੱਛਾ ਉਹਦੇ 'ਚ ਫਾਇਦਾ ਉਠਾਇਆ ਗਿਆ ਉਸ ਸੈਂਟੀਮੈਂਟ ਦੇ ਵਿੱਚ। ਸੋ ਜਦੋਂ ਉਹ ਬਿਲਡਅਪ ਕਰਦੇ ਆ ਸਾਰੀ ਗੱਲ ਦੀ, ਆ ਕੇ ਪੇਚਾ ਦਿੱਲੀ ਨਾਲ ਜੀ, ਪਾਕਿਸਤਾਨ, ਹੁਣ ਪਾਕਿਸਤਾਨ ਦੇ ਵਿੱਚ ਵੀ ਗੀਤ ਬਣ ਗਏ। ਬਿਲਕੁਲ ਜੀ। ਅਤੇ ਜੇ ਇੱਥੇ ਗੜਬੜ ਹੋਏਗੀ ਤਾਂ ਪੜੋਸੀ ਤੁਹਾਡਾ ਕਿਉਂ ਨਹੀਂ ਫਾਇਦਾ ਉਠਾਏਗਾ? ਇਸੇ ਕਰਕੇ ਹੀ ਮੈਂ ਵਾਰ-ਵਾਰ ਕਹਿ ਰਿਹਾ ਕਿ ਪੰਜਾਬ ਦੀ ਸਿਚੁਏਸ਼ਨ ਬਹੁਤ ਸੈਂਸਿਟਿਵ ਹੈ ਅਤੇ ਇਹਦੇ ਸਿੱਟੇ ਬੜੇ ਖਤਰਨਾਕ ਨਿਕਲ ਸਕਦੇ ਆ ਜੇ ਕਿਸਾਨਾਂ ਨੂੰ ਬੇਇੱਜ਼ਤ ਕਰਕੇ ਵਾਪਸ ਭੇਜਿਆ ਗਿਆ। ਜਿੱਥੇ ਦੀਪ ਸਿੱਧੂ ਕਹਿ ਰਹੇ ਕਿ ਸਾਨੂੰ ਕਿਸੇ ਨੇ ਰੋਕਿਆ ਨਹੀਂ, ਲੇਕਿਨ ਦੀਪ ਸਿੱਧੂ ਨੇ ਵੀ ਨੌਜਵਾਨ ਮੁੰਡਿਆਂ ਦੇ ਜਜ਼ਬਾਤਾਂ ਦੇ ਨਾਲ ਖੇਡਿਆ। ਉਹਨੇ ਧਰਮ ਦਾ ਸਹਾਰਾ ਲਿਆ, ਉਹਨੇ ਕੇਸਰੀ ਦਾ ਸਹਾਰਾ ਲਿਆ ਹੈਗਾ ਜੀ। ਨਹੀਂ, ਉਹਨੇ ਨਾਅਰੇ ਵੀ ਲਵਾਏ ਉੱਥੇ, ਰਾਜ ਕਰੇਗਾ ਖਾਲਸਾ। ਇਹ ਹੁੰਦਾ ਕਿਹੜਾ ਨਾਅਰਾ ਕਿਸ ਮੌਕੇ, ਕਿਸ ਸੰਦਰਭ ਦੇ ਵਿੱਚ ਲਾ ਰਹੇ ਹੋ। ਇਹ ਤਾਂ ਅਰਦਾਸ ਦਾ ਪਾਰਟ ਹੈ ਰੋਜ਼ ਦਾ। ਅਦਰਵਾਈਜ਼ ਜਦੋਂ ਉੱਥੇ ਖੜ੍ਹ ਕੇ ਨਾਅਰਾ ਇਹ ਲਵਾਉਂਦੇ ਹੋ ਲਾਲ ਕਿਲ੍ਹੇ 'ਤੇ ਝੰਡਾ ਚੜ੍ਹਾ ਕੇ, ਅਤੇ ਉਹਦੀ ਮੀਨਿੰਗ ਹੋਰ ਹੈਗੀ। ਵੈਸੇ ਕਿਸੇ ਨੂੰ ਕੋਈ ਓਬਜੈਕਸ਼ਨ ਨਹੀਂ। ਅਤੇ ਇਹ ਸ਼ਖਸ ਡੇ 1 ਤੋਂ, ਜਦੋਂ ਮੈਂ ਪਹਿਲੀ ਵਾਰ ਇਹਦੀ ਕੈਸਟ ਸੁਣੀ ਹੈ, ਅਤੇ ਮੈਨੂੰ ਖਦਸ਼ਾ ਉਦੋਂ ਹੀ ਹੋ ਗਿਆ ਸੀ ਕਿ ਇਹ ਟੋਟਲ ਐਫਰਟ ਇਸ ਸੰਘਰਸ਼ ਨੂੰ ਸਾਬੋਟਾਜ ਕਰਨ ਦੀ ਅਤੇ ਡਾਈਵਰਟ ਕਰਦੀ ਹੈ। ਮੈਂ ਦੋ ਗੱਲਾਂ ਇਹਦੇ ਮੂੰਹ 'ਚੋਂ ਸੁਣੀਆਂ। ਇੱਕ ਸੀ ਵੀ ਅਨੰਦਪੁਰ ਸਾਹਿਬ ਦਾ ਮਤਾ, ਅਸਲੀ ਜਿਹੜਾ ਸੋਲੂਸ਼ਨ ਹੈ ਪੰਜਾਬ ਦਾ, ਉਹ ਮਤਾ ਹੈ। ਅਤੇ ਨਾਲ ਇਹਨੇ ਨਾਂ ਇਨਵੋਕ ਕੀਤਾ ਸਨ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ। ਹੁਣ ਦੋਵਾਂ ਗੱਲਾਂ ਦਾ ਇਸ ਸੰਘਰਸ਼ ਨਾਲ ਕੋਈ ਤਾਲੁਕ ਨਹੀਂ ਜੀ। ਅਤੇ ਇਹ ਲਗਾਤਾਰ ਇੱਕ ਸੈਕਸ਼ਨ ਫਿਰ ਇਹਦੇ ਨਾਲ ਚੱਲਿਆ ਜਿਹੜਾ ਆਪਣੇ ਆਪ ਨੂੰ ਸਿੱਖਾਂ ਦੇ ਇੰਟਲੈਕਚੁਅਲ ਕਲੇਮ ਕਰਦੇ ਆ। ਇਹੀ ਸਾਰਾ ਨੈਰੇਟਿਵ ਨਾਲ ਇਹਦੇ ਪਿੱਛੇ ਪਿੱਛੇ। ਮੈਂ ਇਹਦੀ ਦੋ ਸਪੀਚਾਂ ਸੁਣੀਆਂ, ਉਸ ਤੋਂ ਬਾਅਦ ਕੱਲ੍ਹ ਦੀ ਵੀ ਸੁਣੀ ਹੈ ਰਾਤ ਵਾਲੀ। ਇੱਕ ਖਾਸ ਤਰ੍ਹਾਂ ਦੀ ਇਹ ਭਾਸ਼ਾ ਅਤੇ ਲਫ਼ਜ਼ ਵਰਤ ਰਿਹਾ। ਅਤੇ ਜਿਹੜੇ ਲੋਕ ਪਿਛਲੇ ਇਤਿਹਾਸ ਤੋਂ ਵਾਕਫ ਹੈ, ਉਹਨਾਂ ਨੂੰ ਪਤਾ ਹੈ ਕਿ ਇਹ ਜਿਹੜੀ ਟਰਮੀਨੋਲੋਜੀ ਹੈ, ਇਹ ਸ਼ਬਦਾਵਲੀ ਹੈ, ਇਹ ਕਿਹੜੇ ਲੋਕ ਯੂਜ਼ ਕਰਦੇ ਰਹੇ ਅਤੇ ਉਹ ਇਹਨਾਂ ਨਾਲ ਦੇਖੇ ਵੀ ਗਏ ਆ। ਸਰ, ਜਿਹੜਾ ਲਾਲ ਕਿਲ੍ਹੇ 'ਤੇ ਕੁਛ ਹੋਇਆ, ਇਹ ਸੈਂਟਰ ਦੀ ਵੀ ਫੀਲ ਹੀ ਰਹੀ ਹੈਗੀ ਕਿ ਇੱਥੇ ਤਾਂ ਕੱਲ੍ਹ ਨੂੰ ਕੋਈ ਪਾਕਿਸਤਾਨ ਆ ਕੇ, ਹੋਰ ਕੰਟਰੀ ਆ ਕੇ ਆਪਣਾ ਝੰਡਾ ਲਹਿਰਾ ਦੇਣਗੇ ਜੀ। ਦੇਖੋ, ਮੈਂ ਤਾਂ ਕਦੇ ਗਿਆ ਨਹੀਂ ਉਸ ਪਾਸੇ। ਜੇ ਇਹਨਾਂ ਦੀ ਸਿਕਿਉਰਿਟੀ ਇੰਨੀ ਹੀ ਲੈਕਸ ਹੈ ਅਤੇ ਕਿਤੇ ਕੁਛ ਵੀ ਹੋ ਸਕਦਾ ਹੈ। ਲੇਕਿਨ ਇਸ ਕੇਸ ਦੇ ਵਿੱਚ ਤਾਂ ਹੁਣ ਦੀਪ ਸਿੱਧੂ ਆਪ ਹੀ ਕਹਿ ਰਹੇ ਵੀ ਸਾਨੂੰ ਅਲਾਓ ਕੀਤਾ ਗਿਆ। ਉਹ ਚਾਹੁੰਦੇ ਸੀ ਕਿ ਜਦੋਂ ਕਿਸੇ ਨੂੰ ਖੁੱਲ੍ਹ ਦਿਓ ਤਾਂ ਉਹ ਗਲਤੀਆਂ ਕਰੇਗੀ ਉਹ ਮੂਵਮੈਂਟ। ਨਹੀਂ, ਬਿਲਕੁਲ ਕਰੇਗੀ। ਉਹਨਾਂ ਨੇ ਮਾਹੌਲ ਬਣਾਇਆ ਜਿਸ 'ਚ ਗਲਤੀ ਕੀਤੀ ਜਾਵੇ। ਜਦੋਂ ਉਹਨਾਂ ਨੂੰ ਉਹ ਅਲਾਓ ਕਰਤਾ ਉੱਪਰ ਜਾਣਾ, ਅਤੇ ਝੰਡਾ ਵੀ ਝੁੱਲ ਗਿਆ ਫਿਰ ਉੱਥੇ। ਹੁਣ ਜਿਸ ਮੁੰਡਾ ਯੁਵਰਾਜ ਤਰਨਤਾਰਨ ਵਾਂ ਪਿੰਡ ਦਾ ਜਿਹੜਾ ਉੱਪਰ ਚੜ੍ਹਿਆ, ਉਹ ਐਕਸਪਰਟ ਹੈ ਨਿਸ਼ਾਨ ਸਾਹਿਬ ਚਲਾਉਣ ਦੇ ਵਿੱਚ। ਹੈਗਾ ਬੰਦਾ ਨਹੀਂ, ਉਹ ਨਾਲ ਸੀ ਬਾਈ ਚਾਂਸ। ਜਿਹੜਾ ਪਹਿਲਾਂ ਚੜ੍ਹਿਆ ਜਿਹਨੇ ਕੋਸ਼ਿਸ਼ ਕੀਤੀ, ਉਹ ਡਿੱਗ ਪਿਆ। ਫਿਰ ਜਿਹੜੇ ਨਾਲ ਸੀ ਉਹਨਾਂ ਨੂੰ ਪਤਾ ਸੀ ਵੀ ਆ ਸਾਡੇ ਨਾਲ ਬੰਦਾ ਹੈਗਾ ਅਤੇ ਐਕਸਪਰਟ ਹੈ, ਉਹਨੇ ਕਿਹਾ ਵੀ ਤੂੰ ਚੜ੍ਹਾ। ਉਹ ਸਿੱਧਾ ਹੀ ਚੜ੍ਹ ਗਿਆ। ਮੌਕੇ ਦੀ ਗੱਲ ਹੈ ਨਾ। ਉਹ ਸਿਚੁਏਸ਼ਨ ਦਾ ਫਾਇਦਾ ਉਠਾਇਆ ਗਿਆ ਇੱਕ ਮਾਹੌਲ ਬਣਾ ਕੇ। ਸਰਕਾਰ ਨੇ ਮਾਹੌਲ ਬਣਾਇਆ ਜਿਹਦੇ 'ਚ ਇਹ ਘਟਨਾ ਵਾਪਰ ਜਾਏ, ਕਿਉਂਕਿ ਜਿਹੜੇ ਲੋਕ ਪਿੱਛੇ ਫੈਸਲਾ ਕਰਦੇ ਹੁੰਦੇ ਹੈ, ਉਹਨਾਂ ਨੂੰ ਸਾਈਕੀ ਦਾ ਪਤਾ ਹੁੰਦਾ ਕਿਸ ਰੀਜਨ ਦੀ ਕਿਹੜੀ ਸਾਈਕੀ ਹੈ। ਹੁਣ ਜਿਹੜਾ ਸੰਘਰਸ਼ ਹੈ ਕਿਸ ਰੁੱਖ ਤੈਅ ਕਰੇਗਾ ਜੀ, ਕਿੱਧਰ ਜਾਏਗਾ ਜੀ? ਦੇਖੋ, ਇੱਕਦਮ ਤਾਂ ਹੁਣ ਜਿਹੜੇ ਦਿੱਲੀ ਦੇ ਲੋਕ ਹੈ ਇਹਨਾਂ ਦੇ ਖਿਲਾਫ ਹੋ ਗਿਆ। ਰੌਲਾ ਪੈ ਰਿਹਾ ਵੀ ਸਿੰਘੂ ਖਾਲੀ ਕਰਵਾਓ ਜੀ ਇਹਨਾਂ ਲੋਕਾਂ ਤੋਂ। ਇਹੀ ਲੋਕ ਕੱਲ੍ਹ ਤੱਕ ਇਹਨਾਂ ਦੀ ਤਾਰੀਫ ਕਰ ਰਹੇ ਸੀਗੇ। ਔਰ 26 ਨੂੰ ਜਦੋਂ ਮਾਰਚ ਸ਼ੁਰੂ ਹੋਇਆ, ਉਹਨਾਂ ਨੇ ਇਹਨਾਂ ਦੇ ਫੋਲੋਵਰਸ ਆਏ, ਸਭ ਕੁਝ ਸਾਹਮਣੇ ਆ। ਜਦੋਂ ਸਟੇਟ ਰਿਐਕਟ ਕਰਦੀ ਹੈ, ਉਹ ਹਰ ਲੈਵਲ 'ਤੇ ਕਰਦੀ ਹੈ। ਹੁਣ ਉਹੀ ਗੱਲ ਆ ਗਈ ਜਿਹੜੇ ਮੈਂ ਕਹਿ ਰਿਹਾ ਕਿ ਇਹਨਾਂ ਨੂੰ ਬੇਇੱਜ਼ਤ ਕਰਾ ਕੇ ਉੱਥੋਂ ਭੇਜਣ ਦੀ ਹੈ। ਇਹ ਸਿਚੁਏਸ਼ਨ ਅਵਾਇਡ ਕਰਨੀ ਚਾਹੀਦੀ ਹੈ। ਅਤੇ ਹੁਣ ਇਹ ਟੈਸਟ ਬਹੁਤ ਵੱਡਾ ਇਸ ਲੀਡਰਸ਼ਿਪ ਦਾ ਹੈ। ਇਹ ਮਾਸ ਮੂਵਮੈਂਟ ਸੀ ਜਿਹਨੂੰ ਮਾਸਟਰ ਹੀ ਲੀਡ ਕਰ ਰਹੇ ਸੀ।
ਇਹ ਸਟਰੈਂਥ ਸੀ, ਇਹੀ ਵੀਕਨੈਸ ਸੀ। ਹੁਣ ਇੱਕ ਕਲੀਅਰ ਲੀਡਰਸ਼ਿਪ ਐਮਰਜ ਹੋਵੇ ਇਸ ਮੂਵਮੈਂਟ ਦੇ ਵਿੱਚੋਂ, 4-5 ਬੰਦੇ ਹੋਣ ਜਿਹੜੇ ਬੈਠ ਕੇ ਠੀਕ ਫੈਸਲਾ ਕਰਨ ਬਿਨਾਂ ਕਿਸੇ ਪ੍ਰੈਸ਼ਰ ਤੋਂ, ਤਾਂ ਇਹ ਮੂਵਮੈਂਟ ਅੱਗੇ ਚੱਲੇਗੀ। ਜਿਹੜੀ ਗੱਲ ਮੈਨੂੰ ਥੋੜ੍ਹੀ ਜਿਹੀ ਪਹਿਲਾਂ ਸਮਝ ਆਈ ਸੀਗੀ ਅਤੇ ਇਨਫੋਰਮੇਸ਼ਨ ਵੀ ਸੀ ਕਿ ਇਹ ਜਿਹੜੇ 32 ਲੀਡਰ ਸੀਗੇ, ਇਹਨਾਂ 'ਚੋਂ ਕਈ ਲੋਕ ਇੱਕ ਦੂਜੇ 'ਤੇ ਸ਼ੱਕ ਕਰ ਰਹੇ ਸੀ ਵੀ ਇਹ ਨਾ ਵਿਕ ਜੇ ਦੂਜਾ ਇਹ ਨਾ ਵਿਕ ਜੇ। ਇਸੇ ਕਰਕੇ ਹੀ ਸ਼ਾਇਦ ਮੇਰੇ ਖਿਆਲ ਦੇ ਵਿੱਚ ਇਹ ਕੋਈ ਫੈਸਲਾ ਲੈ ਨਹੀਂ ਸਕੇ ਰਿਪੀਲ ਤੋਂ ਥੱਲੇ। ਸੋ ਇਹਨਾਂ ਨੂੰ ਬੈਠ ਕੇ ਇੱਕ ਏਜੰਡਾ ਸੈੱਟ ਕਰਨਾ ਪਏਗਾ। ਇੱਕ ਤਾਂ ਹੁੰਦਾ ਪਬਲਿਕਲੀ ਵੀ ਸਾਡਾ ਆਹ ਏਜੰਡਾ ਹੈ, ਇੱਕ ਹੈ ਇਸ ਸੰਘਰਸ਼ ਨੂੰ ਵੀ ਇਸ ਲੈਵਲ ਤੱਕ ਲਿਜਾ ਕੇ ਇੱਥੇ ਕੰਪਰੋਮਾਈਜ਼ ਕੀਤਾ ਜਾਵੇ, ਜੇ ਤਾਂ ਸਾਰੇ ਅੰਦਰ ਬੈਠ ਕੇ ਐਗਰੀ ਕਰਦੇ ਹੋਣ ਤਾਂ ਗੱਲ ਬਣੇਗੀ। ਇਹ ਸਮੱਸਿਆ 84 ਤੋਂ ਪਹਿਲਾਂ ਵੀ ਆਈ ਸੀ, ਉਹ ਹੁਣ ਵੀ ਹੈ। ਸਿੱਟੇ ਉਹਦੇ ਵੀ ਬੜੇ ਖਤਰਨਾਕ ਨਿਕਲੇ ਸੀਗੇ, ਅਤੇ ਇਹ ਹੁਣ ਦੇਖਣਾ ਕੀ ਬਣਦਾ ਹੈ ਅੱਗੇ। ਬਾਕੀ ਬੀਜੇਪੀ ਨੂੰ ਛੱਡ ਕੇ ਜਿਹੜੇ ਬਾਕੀ ਪਾਰਟੀਆਂ ਦਾ ਜਿਹੜਾ ਮਸਲਾ ਹੈ, ਤੁਹਾਨੂੰ ਲੱਗਦਾ ਕਿ ਉਹ ਇੱਕ ਦੂਜੇ 'ਤੇ ਬੀਜੇਪੀ 'ਤੇ ਇਲਜ਼ਾਮ ਲਗਾ ਰਹੇ ਨੇ? ਬੀਜੇਪੀ ਕਾਂਗਰਸ 'ਤੇ ਲਗਾ ਰਹੀ ਆ, ਕਈ ਪਾਰਟੀਆਂ ਬਿਲਕੁਲ ਚੁੱਪ ਨੇ ਜੀ। ਨਹੀਂ, ਬੀਜੇਪੀ ਤਾਂ ਐਰਕੀ ਵਧੀਆ ਗੱਲ ਇਹ ਹੋਈ ਕਿ ਜਦੋਂ ਝੰਡਾ ਝੁੱਲਿਆ ਅਤੇ ਦੀਪ ਸਿੱਧੂ ਸਾਹਮਣੇ ਆਇਆ ਸੋਸ਼ਲ ਮੀਡੀਆ 'ਤੇ ਨਾਲ ਦੀ ਨਾਲ ਹੀ ਇਹ ਡਿਜ਼ਾਈਨ ਐਕਸਪੋਜ਼ ਹੋਣਾ ਸ਼ੁਰੂ ਹੋ ਗਿਆ। ਪੰਜਾਬ 'ਚ ਪਹਿਲਾਂ ਕਦੇ ਡਿਜ਼ਾਈਨ ਕੋਈ ਇਸ ਤਰ੍ਹਾਂ ਐਕਸਪੋਜ਼ ਨਹੀਂ ਸੀ ਹੋਇਆ, ਇਹ ਮਿੰਟਾਂ ਦੇ ਵਿੱਚ ਐਕਸਪੋਜ਼ ਹੋ ਗਿਆ। ਇਹ ਵਧੀਆ ਗੱਲ ਸੀ, ਥੋੜ੍ਹਾ ਰੁਕ ਗਿਆ, ਲੇਕਿਨ ਮਲਟੀਪਲਾਇਰ ਇਫੈਕਟ ਹੈਗਾ ਉਹਦਾ। ਸੋ ਇਸ ਕਰਕੇ ਬੀਜੇਪੀ ਜਿਸ ਢੰਗ ਨਾਲ ਇਹ ਅਗਰੈਸਿਵ ਹੋਣੀ ਸੀਗੀ ਉਹ ਨਹੀਂ ਹੋ ਸਕੇ। ਜੋ ਨਾਲ ਦੀ ਨਾਲ ਹੀ ਸਾਰੇ ਹੀ ਪੈ ਗਏ ਵੀ ਆਹ ਤੁਹਾਡੀ ਫੋਟੋਆਂ। ਅੱਜ ਆਪਣੇ ਦਿੱਲੀ ਦੇ ਚੀਫ ਮਿਨਿਸਟਰ ਕੇਜਰੀਵਾਲ ਦੀ ਸਪੀਚ ਹੈ ਜਿਨ੍ਹਾਂ ਨੇ ਉਹਨਾਂ ਨੇ ਡਟ ਕੇ ਹਮਾਇਤ ਕੀਤੀ ਇਸ ਸੰਘਰਸ਼ ਦੀ ਅੱਜ ਵੀ, ਅਤੇ ਕਾਂਗਰਸ ਸੰਘਰਸ਼ ਸਪੋਰਟ ਕਰ ਰਹੀ ਹੈ, ਅਕਾਲੀ ਦਲ ਕਰ ਰਿਹਾ ਹੈ। ਇਹ ਵੱਖਰੀ ਗੱਲ ਹੈ ਕਿ ਤਿੰਨੇ ਪਾਰਟੀਆਂ ਨੇ ਪੰਜਾਬ ਵਿੱਚ ਅਗਲੀ ਚੋਣ ਲੜਨੀ ਹੈ ਅਤੇ 22 ਦੇ ਵਿੱਚ ਇਲੈਕਸ਼ਨ ਹੈ। ਇਹਨਾਂ ਪਾਰਟੀਆਂ ਦੀ ਸਮੱਸਿਆ ਤਾਂ ਇਹ ਪੰਜਾਬ ਦੀ ਇਲੈਕਸ਼ਨ ਵੀ ਹੈ। ਬਿਲਕੁਲ ਸਮੱਸਿਆ ਬੀਜੇਪੀ ਦੀ ਵੀ ਸ਼ਾਇਦ ਬਾਕੀ ਸਟੇਟ ਦੀ ਇਲੈਕਸ਼ਨ ਉਹ ਇਸੇ ਸਿਰ 'ਤੇ ਲੜਨਗੇ। ਇਹਨਾਂ ਨੂੰ ਐਂਟੀ ਨੈਸ਼ਨਲ ਡਿਕਲੇਅਰ ਕਰਕੇ ਅਤੇ ਇਹ ਇਸ਼ੂ ਬਣ ਜਾਏਗਾ ਬੀਜੇਪੀ ਵਾਸਤੇ। ਸੋ ਇਹ ਮਲਟੀਪਲ ਇਹਦੇ 'ਚ ਆਸਪੈਕਟ ਹੈਗੇ ਸਾਰੀ ਗੱਲ 'ਤੇ ਆ ਕੇ ਵੱਖਰੇ ਵੱਖਰੇ ਢੰਗ ਨਾਲ ਕਿਵੇਂ ਸਪੋਰਟ ਕਰਨੀ ਹੈ ਉਹ ਸਾਰੇ ਕਰ ਰਹੇ ਆ, ਅਤੇ ਕਿਹਨਾਂ ਨੇ ਅਪੋਜ਼ ਕਰਨਾ ਉਹ ਇਸੇ ਕਰਕੇ ਕਰ ਰਹੇ। ਲੇਕਿਨ ਹੁਣ ਜਿਵੇਂ ਮਹਾਰਾਸ਼ਟਰ ਦੇ ਵਿੱਚ 2 ਦਿਨ 26 ਤਰੀਕ ਨੂੰ ਵੱਡੀ ਰੈਲੀ ਹੋਈ, ਸ਼ਰਦ ਪਵਾਰ ਖੁਦ ਹੈ, ਜਿਹੜੀ ਇਸ ਢੰਗ ਨਾਲ ਮੋਬਿਲਾਈਜੇਸ਼ਨ ਚੱਲ ਰਹੀ ਸੀਗੀ, ਜਿਹੜਾ ਇਹ ਪਲੇਟਫਾਰਮ ਕਿਸਾਨੀ ਦਾ ਬਣ ਰਿਹਾ ਸੀ ਸਾਰਿਆਂ ਨੂੰ ਇਕੱਠੇ ਕਰਨ ਦਾ, ਉਹ ਹੁਣ ਕਾਮਯਾਬ ਹੁੰਦਾ ਹੈ ਕਿ ਨਹੀਂ, ਇਹ ਗੱਲ ਦੇਖਣ ਵਾਲੀ ਹੈ। ਮੈਨੂੰ ਲੱਗਦਾ ਕਿ ਹੁਣ ਕਿਸਾਨਾਂ ਨੂੰ ਪੋਲੀਟੀਕਲ ਪਾਰਟੀਆਂ ਦੀ ਸਹਾਇਤਾ ਲੈਣ ਦੀ ਲੋੜ ਪਊਗੀ। ਓਪੋਜੀਸ਼ਨ ਪਾਰਟੀਆਂ ਦੀ ਸਰਕਾਰ ਨਾਲ ਤੁਸੀਂ ਮੁਕਾਬਲਾ ਕਰਨਾ ਹੈਗਾ, ਜਿਹੜੇ ਤੁਸੀਂ ਪੋਲੀਟੀਕਲ ਪਾਰਟੀਆਂ ਨੂੰ ਮੰਚ ਤੋਂ ਦੂਰ ਰੱਖਿਆ ਗਿਆ, ਸ਼ਾਇਦ ਉਹਨਾਂ ਨੂੰ ਮੰਚ ਦੇ ਨੇੜੇ ਆਉਣ ਦਿੱਤਾ ਜਾਵੇ। ਨਹੀਂ, ਮੇਰੇ ਖਿਆਲ ਦੇ ਵਿੱਚ ਜਾਂ ਤਾਂ ਫਿਰ ਹੁਣ ਇਹਨਾਂ 'ਚੋਂ 1-2 ਬੰਦੇ ਮਰਨ ਤੇ ਬੈਠ ਜਾਣ। ਜੇ ਇਸ ਸੰਘਰਸ਼ ਨੂੰ ਅੱਗੇ ਲੈ ਕੇ ਜਾਣਾ ਹੈ ਅਤੇ 5 ਬੰਦੇ ਬੈਠ ਜਾਣ, ਕੀ ਫਰਕ ਪੈਂਦਾ? ਜ਼ਿੰਦਗੀ ਦਾਅ 'ਤੇ ਲਾ ਦੇਣ ਇਸ ਪਾਸੇ ਜਾਂ ਉਸ ਪਾਸੇ। ਜਿਹੜੀ ਪੋਲੀਟੀਕਲ ਪਾਰਟੀ ਨਾਲ ਲਾਉਣ ਦੀ ਗੱਲ ਹੁੰਦੀ ਹੈ, ਉਹ ਉਹਨਾਂ ਨੇ ਆਪਣੇ ਢੰਗ ਨਾਲ ਸਪੋਰਟ ਕਰਨੀ ਹੈ ਅਤੇ ਉਹਨਾਂ ਨੇ ਉਹਦੀ ਕੀਮਤ ਲੈਣ ਦੀ ਕੋਸ਼ਿਸ਼ ਵੀ ਕਰਨੀ ਹੈ, ਅਤੇ ਉੱਥੇ ਕੰਪੀਟੀਟਿਵ ਪੋਲੀਟਿਕਸ ਵੀ ਹੋਣੀ ਹੈ। ਕਿਉਂਕਿ ਅਚਾਨਕ ਕਿਸਾਨ ਬੈਕਫੁੱਟ 'ਤੇ ਆ ਗਏ ਨਾ, ਵੀ ਜਿਹੜਾ ਹੀ ਸੰਸਦ ਨੂੰ ਮਾਰਚ ਕਰਨਾ ਸੀ, ਪੈਦਲ ਮਾਰਚ ਕਰਨਾ, ਉਹਨਾਂ ਨੇ ਹੁਣ ਫਿਲਹਾਲ ਰੱਦ ਕਰ ਦਿੱਤਾ ਹੈਗਾ, ਕਿਉਂਕਿ ਹੁਣ ਕਿਸਾਨ ਬੈਕਫੁੱਟ 'ਤੇ ਆ ਚੁੱਕੇ ਨੇ। ਬੈਕਫੁੱਟ 'ਤੇ ਆ ਗਏ ਨੇ, ਸਰਕਾਰ ਹੁਣ ਫਾਇਦਾ ਚੱਕੇਗੀ ਇਹਨਾਂ ਦਾ, ਚਾਹੇ ਜਾਇਜ਼ ਚੱਕੇ ਚਾਹੇ ਨਜਾਇਜ਼ ਚੱਕੇ। ਨਹੀਂ, ਸਰਕਾਰ ਤਾਂ ਸ਼ੁਰੂ ਹੋ ਗਈ ਚੱਕਣਾ 'ਚ, ਉਹ ਚਾਹੁੰਦੇ ਕਿ ਨਿਕਲ ਜਾਣਾ ਉੱਥੋਂ, ਅਤੇ 5 ਬੰਦੇ ਬੈਠ ਜਾਣ ਭੁੱਖ ਹੜਤਾਲ 'ਤੇ, ਬਾਕੀ ਨੂੰ ਭੇਜ ਦੇਣ ਵਾਪਸ। ਹਾਂਜੀ, ਅਤੇ ਦੇਖੋ ਕਿੱਥੇ ਸਾਰੀ ਗੱਲ ਜਾਂਦੀ। ਅੰਨਾ ਹਜ਼ਾਰੇ 'ਚ ਇਕੱਲਾ ਬੈਠ ਸਕਦਾ ਹੈ, ਅਤੇ ਇਹ ਵੀ ਬੈਠ ਜਾਣ। ਕੋਈ ਪ੍ਰੈਸ਼ਰ ਤਾਂ ਹੁਣ ਬਿਲਡ ਕਰਨ ਨਵੇਂ ਢੰਗ ਨਾਲ, ਕਿਵੇਂ ਸ਼ਾਂਤਮਈ ਢੰਗ ਨਾਲ ਕਿਵੇਂ ਮੂਵਮੈਂਟ ਚਲਾਉਣੀ ਹੈ। ਅਤੇ ਨੈਕਸਟ ਸਟੈਪ ਤਾਂ ਇਹਦਾ ਇਹੀ ਹੈ ਕਿ ਇਹ ਲੋਕ ਇਹਨਾਂ 'ਚੋਂ 2-3 ਬੰਦੇ ਜਾਂ 5 ਬੰਦੇ ਭੁੱਖ ਇੰਡੈਫੀਨਿਟ 'ਤੇ ਬੈਠਣ, ਤਾਂ ਗੱਲ ਬਣੇਗੀ। ਅਦਰਵਾਈਜ਼ ਇਹ ਮੂਵਮੈਂਟ ਖਿਲਰ ਜਾਏਗੀ ਸਾਰੀ। ਹਾਂਜੀ, ਚਲੋ ਬਹੁਤ ਮਿਹਰਬਾਨੀ। ਮਿਹਰਬਾਨੀ। ਜਿਸ ਤਰ੍ਹਾਂ ਕਿਸਾਨੀ ਅੰਦੋਲਨ ਦਾ ਮਸਲਾ, ਕਿਉਂਕਿ ਖੇਡ ਵਿਗੜੀ ਵੀ ਹੈ ਅਤੇ ਹਾਲੇ ਵੀ ਨਹੀਂ ਵਿਗੜੀ ਹੈਗੀ, ਕਿਉਂਕਿ ਕਿਸਾਨਾਂ ਨੇ ਜਿਸ ਤਰ੍ਹਾਂ 62 ਦਿਨ ਆਪਣਾ ਸਬਰ ਸੰਤੋਖ ਦਿਖਾਇਆ ਸੀ, ਔਰ ਇੱਦਾਂ ਲੱਗਦਾ ਸੀ ਕਿ ਇੱਕ ਬਹੁਤ ਵੱਡੀ ਮੂਵਮੈਂਟ ਆ, ਉਹਨੂੰ ਲਾਜ਼ਮੀ ਤੌਰ 'ਤੇ ਉਹਨੂੰ ਕਾਮਯਾਬੀ ਮਿਲੇਗੀ। ਕਿਉਂਕਿ 6 ਸਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ, ਜਿਨ੍ਹਾਂ ਨੇ ਆਪਣੇ ਫੈਸਲੇ ਸੁਣਾਏ ਨੇ,
ਤੇ ਲਾਗੂ ਕੀਤੇ ਨੇ, ਪਰ ਪਹਿਲੀ ਵਾਰ ਉਹਨਾਂ ਨੂੰ ਕਿਸਾਨਾਂ ਕੋਲੋਂ ਇਹ ਫੈਸਲੇ ਦੇ ਖਿਲਾਫ ਉਹਨਾਂ ਨੂੰ ਸੁਣਨਾ ਪਿਆ, ਨਹੀਂ ਤੇ ਸਰਕਾਰ ਹੁਣ ਤੱਕ ਸੁਣਾਉਂਦੀ ਰਹੀ ਹੈ। ਪਰ ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਦੇ ਇਲਜ਼ਾਮ ਨੇ ਕਿ ਸਰਵਣ ਸਿੰਘ ਪੰਧੇਰ ਵਰਗੇ, ਦੀਪ ਸਿੱਧੂ ਵਰਗੇ, ਪੰਨੂ ਵਰਗੇ, ਇਹ ਕਿਸਾਨੀ ਅੰਦੋਲਨ ਦੀ ਉਹ ਗੰਦਗੀ ਸੀ ਜਿਹੜੀ ਦੂਰ ਹੋ ਗਈ ਆ। ਪਰ ਰਹੀ ਗੱਲ ਹੈ ਕਿ ਜਿਹੜਾ ਲੋਕਾਂ ਦਾ ਉਹਨਾਂ ਨੂੰ ਵੱਡਾ ਸਮਰਥਨ ਮਿਲ ਰਿਹਾ ਸੀ, ਉਹ ਫਿਰ ਮੁੜ ਬਹਾਲ ਹੋਏਗਾ। ਅਤੇ ਜੇ ਮੁੜ ਬਹਾਲ ਹੋਏਗਾ ਤਾਂ ਸਰਕਾਰ ਟੇਬਲ 'ਤੇ ਬੈਠੇਗੀ, ਅਤੇ ਜੇ ਸਰਕਾਰ ਟੇਬਲ 'ਤੇ ਬੈਠੇ ਤਾਂ ਕੀ ਬਿੱਲ ਰੱਦ ਹੋਣਗੇ। ਇਹ ਆਉਣ ਵਾਲੇ ਦਿਨਾਂ 'ਚ ਇਹ ਕਿਸਾਨੀ ਘੋਲ ਹੋਰ ਦਿਲਚਸਪ ਰਹਿਣ ਵਾਲਾ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ, NB ਨਿਊਜ਼, ਚੰਡੀਗੜ੍ਹ।